मैं भी जब तो सब तो पहलो इस अंदोलन ਦੇ ਨਾਲ ਜੁੜੀ ਸੀਗੀ ਔਰ ਮੇਰੀ 2020 ਦੇ ਵਿੱਚ ਫਿਲਮ ਆਈ ਸੀਗੀ ਤੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਤੂੰ ਸਰਕਾਰ ਦੇ ਖਿਲਾਫ ਬੋਲਦੀ ਪਈ ਹੈ ਤੇਰੀ ਫਿਲਮ ਕੌਣ ਰਿਲੀਜ਼ ਕਰੂਗਾ ਤੂੰ ਅੰਬਾਨੀਜ਼ ਅਡਾਨੀਜ਼ ਦੇ ਖਿਲਾਫ ਬੋਲਦੀ ਆ ਉਹਨਾਂ ਦੀ ਇੰਨੇ ਵੱਡੇ ਕਾਰਪੋਰੇਟ ਹਾਊਸ ਆ ਤੈਨੂੰ ਕੱਲ ਨੂੰ ਤੇਰੀ ਫਿਲਮ 'ਚ ਤੈਨੂੰ ਨਹੀਂ ਲੈਣਗੇ ਨਾ ਤੇਰੀ ਫਿਲਮ ਫੰਡ ਕਰਨਗੇ ਤੇਰਾ ਕੈਰੀਅਰ ਫਿਨਿਸ਼ ਹੈ ਔਰ ਇਹ ਕਿਹੜੀ ਤੇਰੀ ਉਮਰ ਹੈ ਇਸ ਚੀਜ਼ਾਂ ਦੇ ਵਿੱਚ ਜਾਣ ਦੀ ਮੈਨੂੰ ਲੱਗਦਾ ਵੀ ਸੱਚ ਦੀ ਆਵਾਜ਼ ਦੇ ਨਾਲ ਮੈਨੂੰ ਸਾਥ ਦੇਣਾ ਚਾਹੀਦਾ ਸੀਗਾ ਚਾਹੇ ਮੇਰੇ ਉੱਤੇ ਬਹੁਤ ਸਾਰੀਆਂ ਤੌਮਤਾਂ ਲੱਗੀਆਂ ਚਾਹੇ ਮੇਰੇ ਉੱਤੇ ਬਹੁਤ ਸਾਰੀਆਂ ਗੱਲਾਂ ਆਈਆਂ ਪਿੱਛੇ ਪਰ ਮੈਨੂੰ ਇਸ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ ਬਸ ਮੈਂ ਉਸ ਆਡੀਅנס ਨੂੰ ਇੱਕੋ ਗੱਲ ਕਹਿਣਾ ਚਾਹੁੰਦੀ ਆ ਭਾਵੇਂ ਸੋਨੀਆ ਮਾਨ ਨੂੰ ਗਾਲਾਂ ਕੱਢ ਰਹੇ ਹੋ ਤੁਸੀਂ ਉਹਨੂੰ ਫੇਮਸ ਕਰ ਰਹੇ ਹੋ ਕਿਉਂ ਕਰ ਰਹੇ ਹੋ ਇਹ ਸਾਰਾ ਕੁਝ ਭਾਵੇਂ ਮੈਨੂੰ ਕਹਿ ਰਹੇ ਹੋ ਮੈਂ ਕਹਿੰਦੀ ਮੇਰੇ ਬਾਰੇ ਗੱਲ ਨਾ ਕਰੋ ਮੈਂ ਇਸ ਅੰਦੋਲਨ ਦੇ ਵਿੱਚ ਆ ਮੈਂ ਇਸ ਕਿਸਾਨੀ ਅੰਦੋਲਨ ਦੇ ਵਿੱਚ ਆ ਕਿਸਾਨੀ ਅੰਦੋਲਨ ਦੇ ਬਿੱਲਾਂ ਦੀ ਗੱਲ ਕਰੋ ਜਿਸ ਵਾਸਤੇ ਆਪਾਂ ਇੱਥੇ ਬੈਠੇ ਆ ਉਹ 3 ਬਿੱਲਾਂ ਦੀ ਗੱਲ ਕਰੋ ਸੋਨੀਆ ਮਾਨ ਨੂੰ ਗਾਲਾਂ ਕੱਢਣ ਤੇ ਆਪਣਾ ਜ਼ੋਰ ਨਾ ਦਿਓ ਉਹੋ ਹੀ ਜਿਹੜਾ ਕਮੈਂਟ ਕਰਦੇ ਹੋ ਨਾ ਉਹ 3 ਬਿੱਲਾਂ ਦੀ ਅਵੇਅਰਨੈਸ ਕਰ ਲਓ ਪੋਜ਼ਿਟਿਵਿਟੀ ਅਵੇਅਰਨੈਸ ਕ੍ਰੀਏਟ ਹੋਊਗੀ ਸੋਸਾਇਟੀ ਦੇ ਵਿੱਚ ਮੇਰੇ ਬਾਰੇ ਗਾਲਾਂ ਕੱਢਣ ਦੇ ਨਾਲ ਮੇਰੇ ਪਾਪ ਹੀ ਧੋਣ ਡਿਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਕੱਠ ਮਤਲਬ ਇੰਨਾ ਵੱਡਾ ਇਕੱਠ ਹੈ ਔਰਤਾਂ ਦਾ ਕਿ ਗਵਰਨਮੈਂਟ ਨੂੰ ਤੇ ਉਵੇਂ ਤਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹੋਣੀਆਂ ਮੋਦੀ ਸਰਕਾਰ ਨੂੰ ਅੱਜ ਟਵੀਟ ਮੈਂ ਦੇਖਿਆ ਸੀਗਾ ਕਿ ਮੋਦੀ ਜੀ ਨੇ ਟਵੀਟ ਕੀਤਾ ਸੀਗਾ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਨਾਰੀ ਸ਼ਕਤੀ ਕੋ ਸਲਾਮ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਤੁਸੀਂ ਸਲਾਮ ਘਰੇ ਬੈਠੇ ਬੈਠੇ ਕਰ ਰਹੇ ਹੋ ਇੱਕ ਟਵਿੱਟਰ ਦੇ ਉੱਤੇ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਇੱਥੇ ਆਉਣਾ ਚਾਹੀਦਾ ਵੀ ਜਿਹੜੀਆਂ ਸਾਡੀਆਂ ਔਰਤਾਂ ਇੱਥੇ 3 ਮਹੀਨੇ ਤੋਂ ਵੀ ਬੈਠੀਆਂ ਨੇ ਜਿਨ੍ਹਾਂ ਨੇ ਆਪਣੇ ਘਰਦਿਆਂ ਨੂੰ ਵੀ ਇੱਥੇ ਚਾਹੇ ਉਹ ਬਾਪ ਦੇ ਰੂਪ 'ਚ ਚਾਹੇ ਆਪਣੇ ਦਾਦੇ ਦੇ ਰੂਪ ਦੇ ਵਿੱਚ ਕਿਸੇ ਵੀ ਪੁੱਤ ਦੇ ਰੂਪ ਦੇ ਵਿੱਚ ਗਵਾਇਆ ਸ਼ਹੀਦ ਹੋਏ ਨੇ ਇਸ ਕਿਸਾਨ ਅੰਦੋਲਨ ਦੇ ਦੌਰਾਨ ਤੁਸੀਂ ਉਹਨਾਂ ਲਈ ਕਿੰਨੀ ਕੁ ਸਿੰਪਥੀ ਰੱਖਦੇ ਹੋ ਤੁਸੀਂ ਸਿਰਫ ਜਦੋਂ ਵੋਟਸ ਲੈਣੀਆਂ ਹੁੰਦੀਆਂ ਨੇ ਉਦੋਂ ਤੁਸੀਂ ਅੰਨਦਾਤਾ ਦੀ ਗੱਲ ਕਰਦੇ ਹੋ ਅੰਨਦਾਤਾ ਦੀ ਫੈਮਲੀਜ਼ ਦੀ ਗੱਲ ਕਰਦੇ ਹੋ ਜੇ ਤੁਸੀਂ ਹੁਣ ਤੁਸੀਂ ਇੱਕ ਟਵਿੱਟਰ ਦੇ ਉੱਤੇ ਗੱਲ ਕਰ ਰਹੇ ਹੋ ਤੁਸੀਂ ਇੱਥੇ ਆ ਕੇ ਦੇਖੋ ਕਿੰਨੀ ਤਾਦਾਦ ਦੇ ਵਿੱਚ ਇੱਥੇ ਔਰਤਾਂ ਆਈਆਂ ਨੇ ਅੱਜ ਡੈਮੋਕ੍ਰੇਸੀ ਹੈ ਜੋ ਸਾਡਾ ਕੰਮ ਹੀ ਨਹੀਂ ਕਰ ਰਹੇ ਅੱਜ ਸਾਡੀ ਪਬਲਿਕ ਨੂੰ ਇਹ ਸਮਝਣ ਦੀ ਲੋੜ ਹੈ ਸਾਡੀ ਜਿਵੇਂ ਸਾਡੀ ਇੱਥੇ ਵਿਮਨ ਸ਼ਕਤੀ ਹੈ ਜਿੰਨੇ ਸਾਡੀਆਂ ਔਰਤਾਂ ਇਕੱਠੀਆਂ ਹੋਈਆਂ ਨੇ ਸਾਰਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਾਨੂੰ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਆਪਣੀ ਆਵਾਜ਼ ਕਿਵੇਂ ਬੁਲੰਦ ਕਰਨੀ ਹੈ ਇੱਕ ਗਰਾਊਂਡ ਲੈਵਲ ਤੋਂ ਲੈ ਕੇ ਇੱਕ ਉੱਤੇ ਤੱਕ ਸਾਰੀਆਂ ਆਪਣੀਆਂ ਗੱਲਾਂ ਰੱਖਣੀਆਂ ਚਾਹੀਦੀਆਂ ਨੇ ਮੈਂ ਇਹ ਟੌਪਿਕ ਥੋੜਾ ਜਿਹਾ ਅਲੱਗ ਲੈਣੀ ਸੀਗੀ ਮੈਨੂੰ ਚੇਤਾ ਭੁੱਲ ਗਈ ਸ਼ੇ ਦੇ ਉੱਤੇ ਬਿਕਾਜ਼ ਯੂ نو ਨਹੀਂ ਸੀਗੀ ਮੈਨੂੰ ਚੇਤਾ ਭੁੱਲ ਗਈ ਸ਼ੇ ਦੇ ਉੱਤੇ ਬਿਕਾਜ਼ ਯੂ نو ਵਾਟ ਇਟਸ ਰੀਲੀ ਇੰਪੋਰਟੈਂਟ ਟੂ ਟਾਕ ਅਬਾਊਟ ਦਿਸ ਬਿਕਾਜ਼ ਯੂ نو ਵਾਟ ਇਟਸ ਰੀਲੀ ਇੰਪੋਰਟੈਂਟ ਟੂ ਟਾਕ ਅਬਾਊਟ ਦਿਸ ਵੇਖੋ ਮੈਂ ਮਾਈ ਭਾਗੋ ਨਿਵਾਸ ਬਣਾਇਆ ਸੀਗਾ ਟਿਕਰੀ ਬਾਰਡਰ ਦੇ ਉੱਤੇ ਕਿਉਂਕਿ ਮਾਈ ਭਾਗੋ ਜੀ ਨੇ ਜੰਗ ਲੜੀ ਸੀਗੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਿੰਘਾਂ ਨੂੰ ਇਨਕਰੇਜ ਕੀਤਾ ਸੀਗਾ ਹਨਾ ਔਰ ਮੈਂ ਸੋਚਦੀ ਹਾਂ ਕਿ ਮੈਂ ਮਾਈ ਭਾਗੋ ਦੀ ਵਿਰਾਸਤ ਦੇ ਵਿੱਚੋਂ ਹਾਂ ਸੋ ਮਾਈ ਭਾਗੋ ਚੈਰਿਟੀ ਦੀ ਇੱਕ ਆਰਗੇਨਾਈਜੇਸ਼ਨ ਬਣਾਈ ਹੈ ਉਹਦੇ ਥੱਲੇ ਮੈਂ ਜਿੰਨੇ ਵੀ ਸੁਸਾਇਟੀ ਦੇ ਵਿੱਚ ਵਿਮਨ ਦੇ ਉੱਤੇ ਕਿਸੇ ਵੀ ਤਰੀਕੇ ਦੀ ਕੋਈ ਕੇਸਿਸ ਹੁੰਦੇ ਆ ਜਾਂ ਵਿਮਨ ਫੈਟੀਸਾਈਡ ਜਾਂ ਰੇਪ ਕੇਸਿਸ ਜਾਂ ਚਾਈਲਡ ਅਬਿਊਜ਼ ਜਾਂ ਮੈਰਿਜਸ ਜਾਂ ਕਿਸੇ ਵੀ ਤਰੀਕੇ ਜਿਵੇਂ ਅਸੀਂ ਇਸ ਅੰਦੋਲਨ ਦੇ ਵਿੱਚ ਆ ਜਿਵੇਂ ਇੱਕ ਮਾਈ ਭਾਗੋ ਨਿਵਾਸ ਬਣਾਇਆ ਸੀਗਾ ਮਾਈ ਭਾਗੋ ਮੈਡੀਕਲ ਕੈਂਪ ਹੋ ਗਿਆ ਵਿਮਨ ਰਿਲੇਟਡ ਕੋਈ ਵੀ ਚੀਜ਼ਾਂ ਹੋਣਗੀਆਂ ਨਾ ਉਹਦੇ ਥੱਲੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਔਖੇ ਤਰੀਕੇ ਨਾਲ ਕਹਿ ਦਿੰਦੇ ਨੇ ਵੀ ਅੱਛਾ ਜੀ ਤੁਸੀਂ ਐਮਐਲਏ ਦੀ ਇਲੈਕਸ਼ਨ ਲੜ ਰਹੇ ਹੋ ਤੇ 2.5 ਕਰੋੜ ਰੁਪਇਆ ਲੱਗੂਗਾ ਜਾਂ 2 ਕਰੋੜ ਰੁਪਇਆ ਲੱਗੂਗਾ ਮੈਨੂੰ ਇਹ ਪੁੱਛਣਾ ਹੈ ਵੀ 2 ਕਰੋੜ ਰੁਪਇਆ ਕਿਉਂ ਲੱਗੂਗਾ ਕੀ ਗੱਲ ਸਾਡੇ ਕਿਸਾਨ ਅੰਦੋਲਨ ਦੇ ਵਿੱਚ ਜਦੋਂ ਅਸੀਂ ਪਹਿਲੇ ਛੋਟੇ ਇੱਕ ਸੜਕਾਂ ਦੇ ਉੱਤੋਂ ਅੰਦੋਲਨ ਸ਼ੁਰੂ ਕੀਤਾ ਸੀਗਾ ਇੱਕ ਸਭਾ ਕੀਤੀਆਂ ਸੀਗੀਆਂ ਉੱਤੇ ਕਿੰਨੇ ਕੁ ਪੈਸੇ ਲੱਗੇ ਸੀਗੇ ਜਦੋਂ ਲੋਕੀ ਆਪਣਾ ਲੋਕਤੰਤਰ ਕਹਿੰਦੇ ਆ ਆਪਾਂ ਲੋਕੀ ਆਪਣਾ ਲੀਡਰ ਚੁਣਨਾ ਚਾਹੁੰਦੇ ਆ ਉਹਦੇ ਵਿੱਚ ਪੈਸੇ ਕਿਉਂ ਲੱਗਣਗੇ ਜੀ ਲੋਕਾਂ ਨੇ ਆਪਣਾ ਸਰਵੈਂਟ ਚੁਣਨਾ ਆ ਭਾਵੇਂ ਉਹ ਕਿਸੇ ਨੂੰ ਵੀ ਚੁਣ ਲੈਣ ਹਨਾ ਉਹ ਤੇ ਲੋਕਾਂ ਦੀ ਆਪਣੀ ਇੱਕ ਖੁਦ ਦੇ ਵਿੱਚ ਇੱਕ ਮਤਲਬ ਉਹ ਇੱਕ ਸੰਯੁਕਤ ਸਲਾਹ ਹੋਣੀ ਚਾਹੀਦੀ ਹੈ ਮੈਂ ਕਹਿੰਦੀ ਹਾਂ ਵੀ ਤੁਸੀਂ ਆਪਣੀ ਵੋਟ ਨੂੰ ਇੰਨਾ ਸਸਤਾ ਨਾ ਸਮਝੋ ਕਿ ਤੁਸੀਂ ਇੱਕ ਪਊਏ ਪਿੱਛੇ ਵੇਚ ਦਿਓ ਮੈਨੂੰ ਲੱਗਦਾ ਹੈ ਕਿ ਸਾਨੂੰ ਪਾਰਟੀਬਾਜ਼ੀ ਤੋਂ ਉੱਠ ਕੇ ਇੱਕ ਹਿਊਮਨ ਗਰਾਊਂਡ ਦੇ ਉੱਤੇ ਕੁਝ ਗੱਲ ਕਰਨੀ ਚਾਹੀਦੀ ਹੈ ਔਰ ਸਾਨੂੰ ਬੇਸਿਕਲੀ ਗਰਾਊਂਡ ਲੈਵਲ ਤੇ ਰੂਟ ਲੈਵਲ ਤੇ ਜਾ ਕੇ ਅਵੇਅਰਨੈਸ ਲੈ ਕੇ ਆਉਣੀ ਚਾਹੀਦੀ ਹੈ ਮੇਰੀ ਬਹੁਤ ਸਾਰੇ ਲੋਕਾਂ ਨਾਲ ਉੱਥੇ ਵੀ ਗੱਲ ਹੁੰਦੀ ਹੈ ਹਰਿਆਣੇ ਟਿਕਰੀ ਬਾਰਡਰ ਦੇ ਉੱਤੇ ਪਿੰਡਾਂ ਦੇ ਵਿੱਚ ਮੈਂ ਉਹਨਾਂ ਨੂੰ ਕਹਿੰਦੀ ਹਾਂ ਵੀ ਇਹ ਤੁਹਾਡਾ ਹੀ ਸਾਰਾ ਕੁਝ ਕ੍ਰੀਏਟ ਕੀਤਾ ਹੋਇਆ ਹੈ ਜੇ ਤੁਸੀਂ ਇੰਨੇ ਅਵੇਅਰ ਹੋ ਜੇ ਤੁਹਾਡੇ ਪਿੰਡਾਂ ਦੇ ਵਿੱਚ ਲੋਕੀ ਇੰਨੇ ਅਵੇਅਰ ਹੋਣ ਕਿ ਪੈਸੇ ਲੈ ਕੇ ਵੋਟ ਨਾ ਪਾਉਣ ਜਾਂ ਸ਼ਰਾਬ ਪੀਣ ਦੇ ਪਿੱਛੇ ਵੋਟ ਨਾ ਪਾਉਣ ਜਾਂ ਫਿਰ ਕਿਸੇ ਪੋਲੀਟੀਕਲ ਪਾਰਟੀ ਕਿਸੇ ਕੋ ਇੱਕ ਲਾਇਸੈਂਸ ਬਣਾਉਣਾ ਹੈ ਤੇ ਉਹਦੇ ਪਿੱਛੇ ਵੋਟ ਨਾ ਪਾਉਣ ਤੁਹਾਡੀ ਵੋਟ ਇੰਨੀ ਸਸਤੀ ਨਹੀਂ ਹੋਣੀ ਚਾਹੀਦੀ ਵੋਟ ਤੁਹਾਡੀ ਬਹੁਤ ਮਹਿੰਗੀ ਹੋਣੀ ਚਾਹੀਦੀ ਹੈ ਕਿ ਤੁਸੀਂ ਉਹਨੂੰ ਪਾਓ ਭਾਵੇਂ ਉਹ ਇੱਕ ਆਮ ਇਨਸਾਨ ਹੋਵੇ ਜਿਹੜਾ ਤੁਹਾਡਾ ਕੰਮ ਕਰੇ
रोजाना स्पोक्समैन टीवी देख रहे सारे दर्शकों का स्वागत है। कौमांतरी औरत दिवस मनाया जा रहा है तो बीबियां की शमूलीयत की किसान अंदोलन के विच हज़ारां की गिणती तो पार होंदी नज़र आ रही है तो अदाकार कलाकार इस अंदोलन के विच लगातार योगदान देंदे नज़र आ रहे हैं। मेरे नाल सोनिया मान ने। मान साहब किवें देखते हो बीबियां के योगदान की गल कर लीए, माई भागो तो गल कर लीए, बेबे नानकी तो गल कर लीए तो हुण तक 2021 तक हर संघर्ष के विच, हर पल के विच, हर दौर के विच बीबियां का वखरा योगदान रहा। ਅੱਜ ਦੇ ਇਸ योगदान ਨੂੰ ਕਿਵੇਂ ਦੇਖਦੇ ਹੋ? ਫਿਰ ਪਹਿਲਾਂ ਤਾਂ बहुत ही महत्वपूर्ण ਇੰਨੀਆਂ ਸਾਰੀਆਂ ਬੀਬੀਆਂ ਆਈਆਂ ਨੇ। ਟਿਕਰੀ ਬਾਰਡਰ ਤੋਂ ਵੀ ਮੈਂ ਆ ਰਹੀ ਹਾਂ, ਬੱਸਿਸ ਭਰ ਕੇ, ਟਰਾਲੀਆਂ ਭਰ ਕੇ ਆ ਰਹੀਆਂ ਨੇ। ਸੋ ਇੰਟਰਨੈਸ਼ਨਲ ਵਿਮਨਸ ਡੇ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਹੈ ਬਿਕਾਜ਼ ਕਿਸਾਨ ਅੰਦੋਲਨ ਦੇ ਵਿੱਚ ਵੀ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਦੀ ਸ਼ਮੂਲੀਅਤ ਰਹੀ ਹੈ। ਮਾਈ ਭਾਗੋ ਨੂੰ ਲੈ ਕੇ ਤੁਸੀਂ ਵੀ ਇੱਕ ਵੱਡਾ ਮੇਰੇ ਖਿਆਲ ਚ ਉਪਰਾਲਾ ਕਰਨ ਜਾ ਰਹੇ ਹੋ ਤੇ ਉਹ ਉਪਰਾਲਾ ਕੀ ਹੈ? ਵੇਖੋ ਮੈਂ ਮਾਈ ਭਾਗੋ ਨਿਵਾਸ ਬਣਾਇਆ ਸੀਗਾ ਟਿਕਰੀ ਬਾਰਡਰ ਦੇ ਉੱਤੇ ਕਿਉਂਕਿ ਮਾਈ ਭਾਗੋ ਜੀ ਨੇ ਜੰਗ ਲੜੀ ਸੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਿੰਘਾਂ ਨੂੰ ਐਨਕਰੇਜ ਕੀਤਾ ਸੀਗਾ ਹਨਾ। ਔਰ ਮੈਂ ਸੋਚਦੀ ਹਾਂ ਕਿ ਮੈਂ ਮਾਈ ਭਾਗੋ ਦੀ ਵਿਰਾਸਤ ਦੇ ਵਿੱਚੋਂ ਹਾਂ। ਸੋ ਮਾਈ ਭਾਗੋ ਚੈਰਿਟੀ ਦੀ ਇੱਕ ਆਰਗੇਨਾਈਜੇਸ਼ਨ ਬਣਾਈ ਹੈ। ਉਹਦੇ ਥੱਲੇ ਮੈਂ ਜਿੰਨੇ ਵੀ ਸੁਸਾਇਟੀ ਦੇ ਵਿੱਚ ਵਿਮਨ ਦੇ ਉੱਤੇ ਕਿਸੇ ਵੀ ਤਰੀਕੇ ਦੀ ਕੋਈ ਕੇਸਿਸ ਹੁੰਦੇ ਆ ਜਾਂ ਵਿਮਨ ਫੈਟੀਸਾਈਡ ਜਾਂ ਰੇਪ ਕੇਸਿਸ ਜਾਂ ਚਾਈਲਡ ਅਬਿਊਜ਼ ਜਾਂ ਮੈਰਿਜਸ ਜਾਂ ਕਿਸੇ ਵੀ ਤਰੀਕੇ ਨਾਲ, ਜਿਵੇਂ ਅਸੀਂ ਇਸ ਅੰਦੋਲਨ ਦੇ ਵਿੱਚ ਆ, ਜਿਵੇਂ ਇੱਕ ਮਾਈ ਭਾਗੋ ਨਿਵਾਸ ਬਣਾਇਆ ਸੀਗਾ, ਮਾਈ ਭਾਗੋ ਮੈਡੀਕਲ ਕੈਂਪ ਹੋ ਗਿਆ, ਵਿਮਨ ਰਿਲੇਟਡ ਕੋਈ ਵੀ ਚੀਜ਼ਾਂ ਹੋਣਗੀਆਂ ਨਾ ਉਹਦੇ ਥੱਲੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ। ਔਰਤ ਸ਼ਕਤੀਕਰਨ, ਔਰਤ ਸ਼ਕਤੀ ਨੂੰ ਤੁਸੀਂ ਵਧਾਵਾ ਹੋਰ ਦੇਣਾ ਆ। ਜਦੋਂ ਅਸੀਂ ਇਸ ਅੰਦੋਲਨ ਵਿੱਚ ਔਰਤ ਸ਼ਕਤੀ ਦੀ ਮਿਸਾਲਾਂ ਦੀ ਗੱਲ ਕਰ ਲਈਏ ਤਾਂ ਬਹੁਤ ਵੱਡੀਆਂ ਨੇ, ਲਾ ਮਿਸਾਲ ਜਾਂ ਬੇਮਿਸਾਲ ਮਿਸਾਲਾਂ ਨੇ, ਪਰ ਅੱਜ ਦੇ ਅੰਦੋਲਨ ਦੇ ਵਿੱਚ ਇਹ ਇਕੱਠ ਕੀ ਕਹਿੰਦਾ ਤੁਹਾਨੂੰ ਨਜ਼ਰ ਆਉਂਦਾ ਆ? ਇਹ ਇਕੱਠ ਮਤਲਬ ਇੰਨਾ ਵੱਡਾ ਇਕੱਠ ਹੈ ਔਰਤਾਂ ਦਾ ਕਿ ਗਵਰਨਮੈਂਟ ਨੂੰ ਤੇ ਉਵੇਂ ਹੀ ਤਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹੋਣੀਆਂ ਮੋਦੀ ਸਰਕਾਰ ਨੂੰ। ਅੱਜ ਟਵੀਟ ਮੈਂ ਦੇਖਿਆ ਸੀਗਾ ਕਿ ਮੋਦੀ ਜੀ ਨੇ ਟਵੀਟ ਕੀਤਾ ਸੀਗਾ, ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ, ਨਾਰੀ ਸ਼ਕਤੀ ਕੋ ਸਲਾਮ। ਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਤੁਸੀਂ ਸਲਾਮ ਘਰੇ ਬੈਠੇ ਕਰ ਰਹੇ ਹੋ ਇੱਕ ਟਵਿੱਟਰ ਦੇ ਉੱਤੇ। ਤੁਹਾਨੂੰ ਸਭ ਤੋਂ ਪਹਿਲਾਂ ਤਾਂ ਇੱਥੇ ਆਉਣਾ ਚਾਹੀਦਾ ਵੀ ਜਿਹੜੀਆਂ ਸਾਡੀਆਂ ਔਰਤਾਂ ਇੱਥੇ 3 ਮਹੀਨੇ ਤੋਂ ਵੀ ਬੈਠੀਆਂ ਨੇ, ਜਿਨ੍ਹਾਂ ਨੇ ਆਪਣੇ ਘਰਦਿਆਂ ਨੂੰ ਵੀ ਇੱਥੇ ਚਾਹੇ ਉਹ ਬਾਪ ਦੇ ਰੂਪ 'ਚ ਚਾਹੇ ਆਪਣੇ ਦਾਦੇ ਦੇ ਰੂਪ ਦੇ ਵਿੱਚ ਕਿਸੇ ਵੀ ਪੁੱਤ ਦੇ ਰੂਪ ਦੇ ਵਿੱਚ ਗਵਾਇਆ, ਸ਼ਹੀਦ ਹੋਏ ਨੇ ਇਸ ਕਿਸਾਨ ਅੰਦੋਲਨ ਦੇ ਦੌਰਾਨ, ਤੁਸੀਂ ਉਹਨਾਂ ਲਈ ਕਿੰਨੀ ਕੁ ਸਿੰਪਥੀ ਰੱਖਦੇ ਹੋ? ਤੁਸੀਂ ਸਿਰਫ ਜਦੋਂ ਵੋਟਸ ਲੈਣੀਆਂ ਹੁੰਦੀਆਂ ਨੇ ਉਦੋਂ ਤੁਸੀਂ ਅੰਨਦਾਤਾ ਦੀ ਗੱਲ ਕਰਦੇ ਹੋ, ਅੰਨਦਾਤਾ ਦੀ ਫੈਮਲੀਜ਼ ਦੀ ਗੱਲ ਕਰਦੇ ਹੋ। ਜੇ ਤੁਸੀਂ ਇੱਕ ਟਵਿੱਟਰ ਦੇ ਉੱਤੇ ਗੱਲ ਕਰ ਰਹੇ ਹੋ, ਤੁਸੀਂ ਇੱਥੇ ਆ ਕੇ ਦੇਖੋ ਕਿੰਨੀ ਤਾਦਾਦ ਦੇ ਵਿੱਚ ਇੱਥੇ ਔਰਤਾਂ ਆਈਆਂ ਨੇ ਹਨਾ, ਉਹਨਾਂ ਦੀਆਂ ਫੈਮਲੀਜ਼ ਵੀ ਕਿੰਨੀਆਂ ਜ਼ਿਆਦੀਆਂ ਹਰਟ ਹੋਈਆਂ ਨੇ ਇਸ ਅੰਦੋਲਨ ਦੇ ਦੌਰਾਨ। ਤੇ ਤੁਸੀਂ ਤੁਹਾਡਾ ਉਹਨਾਂ ਬਾਰੇ ਕੀ ਸੋਚਣਾ ਹੈ, ਕੀ ਕਹਿਣਾ ਆ? ਇਲੈਕਸ਼ਨ ਸਿਰਫ ਜਿੱਤਣੀ ਜਾਂ ਇਲੈਕਸ਼ਨ ਲੜਨੀ ਇੱਕ ਪੋਲੀਟੀਸ਼ੀਅਨ ਦਾ ਫਰਜ਼ ਨਹੀਂ ਹੁੰਦਾ, ਉਹਨਾਂ ਦਾ ਫਰਜ਼ ਅੱਗੇ ਵੀ ਹੁੰਦਾ। ਮੈਂ ਸੋਚਦੀ ਹਾਂ ਵੀ ਜਿੰਨੇ ਵੀ ਸਾਡੇ MLAs ਹੁੰਦੇ ਨੇ, ਜਿੰਨੇ ਸਾਡੇ MPs ਹੁੰਦੇ ਨੇ, ਉਹ ਪਬਲਿਕ ਸਰਵੈਂਟਸ ਹੁੰਦੇ ਨੇ। ਅਸੀਂ ਉਹਨਾਂ ਨੂੰ ਹਾਇਰ ਕਰਦੇ ਹਾਂ ਕਿ ਅਸੀਂ ਇਸ ਬੰਦੇ ਨੂੰ ਹਾਇਰ ਕਰ ਰਹੇ ਹਾਂ ਵੀ ਸਾਡਾ ਕੰਮ ਕਰਨ ਵਾਸਤੇ। ਤੇ ਜੇ ਉਹ ਸਾਡਾ ਅੱਜ ਡੈਮੋਕ੍ਰੇਸੀ ਹੈ ਜੋ ਸਾਡਾ ਕੰਮ ਹੀ ਨਹੀਂ ਕਰ ਰਹੇ, ਅੱਜ ਸਾਡੀ ਪਬਲਿਕ ਨੂੰ ਇਹ ਸਮਝਣ ਦੀ ਲੋੜ ਹੈ, ਜਿਵੇਂ ਸਾਡੀ ਇੱਥੇ ਵਿਮਨ ਸ਼ਕਤੀ ਹੈ, ਜਿੰਨੇ ਸਾਡੀਆਂ ਔਰਤਾਂ ਇਕੱਠੀਆਂ ਹੋਈਆਂ ਨੇ, ਸਾਰਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਾਨੂੰ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਆਪਣੀ ਆਵਾਜ਼ ਕਿਵੇਂ ਬੁਲੰਦ ਕਰਨੀ ਹੈ। ਇੱਕ ਗਰਾਊਂਡ ਲੈਵਲ ਤੋਂ ਲੈ ਕੇ ਇੱਕ ਉੱਤੇ ਤੱਕ ਸਾਰੀਆਂ ਆਪਣੀਆਂ ਗੱਲਾਂ ਰੱਖਣੀਆਂ ਚਾਹੀਦੀਆਂ ਨੇ। ਮੈਂ ਇਹ ਟੌਪਿਕ ਥੋੜਾ ਜਿਹਾ ਅਲੱਗ ਲੈਣੀ ਸੀਗੀ, ਮੈਨੂੰ ਚੇਤਾ ਭੁੱਲ ਗਈ ਸ਼ੇ ਦੇ ਉੱਤੇ ਬਿਕਾਜ਼ ਯੂ نو ਨਹੀਂ ਸੀਗੀ, ਮੈਨੂੰ ਚੇਤਾ ਭੁੱਲ ਗਈ ਸ਼ੇ ਦੇ ਉੱਤੇ ਬਿਕਾਜ਼ ਯੂ نو ਵਾਟ ਇਟਸ ਰੀਅਲੀ ਇੰਪੋਰਟੈਂਟ ਟੂ ਟਾਕ ਅਬਾਊਟ ਦਿਸ ਬਿਕਾਜ਼ ਯੂ نو ਵਾਟ ਇਟਸ ਰੀਅਲੀ ਇੰਪੋਰਟੈਂਟ ਟੂ ਟਾਕ ਅਬਾਊਟ ਦਿਸ। ਰਾਈਟ ਨਾਓ ਗਰਾਊਂਡ ਲੈਵਲ ਦੇ ਉੱਤੇ ਸਾਨੂੰ ਸਫਾਈ ਕਰਨੀ ਚਾਹੀਦੀ ਹੈ, ਚਾਹੇ ਉਹ ਪੋਲੀਟੀਕਲ ਪਾਰਟੀਜ਼ ਹੋਣ। ਸਾਨੂੰ ਬਹੁਤ ਸੌਖੇ ਤਰੀਕੇ ਨਾਲ ਕਹਿ ਦਿੰਦੇ ਨੇ ਵੀ ਅੱਛਾ ਜੀ ਤੁਸੀਂ MLA ਦੀ ਇਲੈਕਸ਼ਨ ਲੜ ਰਹੇ ਹੋ ਤੇ 2.5 ਕਰੋੜ ਰੁਪਇਆ ਲੱਗੂਗਾ ਜਾਂ 2 ਕਰੋੜ ਰੁਪਇਆ ਲੱਗੂਗਾ। ਮੈਨੂੰ ਇਹ ਪੁੱਛਣਾ ਹੈ ਵੀ 2 ਕਰੋੜ ਰੁਪਇਆ ਕਿਉਂ ਲੱਗੂਗਾ? ਕੀ ਗੱਲ ਸਾਡੀ ਕਿਸਾਨ ਅੰਦੋਲਨ ਦੇ ਵਿੱਚ ਜਦੋਂ ਅਸੀਂ ਪਹਿਲੇ ਛੋਟੇ ਇੱਕ ਸੜਕਾਂ ਦੇ ਉੱਤੋਂ ਅੰਦੋਲਨ ਸ਼ੁਰੂ ਕੀਤਾ ਸੀਗਾ, ਇੱਕ ਸਭਾਵਾਂ ਕੀਤੀਆਂ ਸੀਗੀਆਂ, ਉੱਤੇ ਕਿੰਨੇ ਕੁ ਪੈਸੇ ਲੱਗੇ ਸੀਗੇ? ਲੋਕੀ ਆਪਣਾ ਲੋਕਤੰਤਰ ਕਹਿੰਦੇ ਆ ਆਪਾਂ, ਲੋਕੀ ਆਪਣਾ ਲੀਡਰ ਚੁਣਨਾ ਚਾਹੁੰਦੇ ਆ, ਉਹਦੇ ਵਿੱਚ ਪੈਸੇ ਕਿਉਂ ਲੱਗਣਗੇ ਜੀ? ਲੋਕਾਂ ਨੇ ਆਪਣਾ ਸਰਵੈਂਟ ਚੁਣਨਾ ਆ, ਭਾਵੇਂ ਉਹ ਕਿਸੇ ਨੂੰ ਵੀ ਚੁਣ ਲੈਣ ਹਨਾ। ਉਹ ਤੇ ਲੋਕਾਂ ਦੀ ਆਪਣੀ ਇੱਕ ਖੁਦ ਦੇ ਵਿੱਚ ਇੱਕ ਮਤਲਬ ਉਹ ਇੱਕ ਸੰਯੁਕਤ ਸਲਾਹ ਹੋਣੀ ਚਾਹੀਦੀ ਹੈ। ਮੈਂ ਕਹਿੰਦੀ ਹਾਂ ਵੀ ਤੁਸੀਂ ਆਪਣੀ ਵੋਟ ਨੂੰ ਇੰਨਾ ਸਸਤਾ ਨਾ ਸਮਝੋ ਕਿ ਤੁਸੀਂ ਇੱਕ ਪਊਏ ਪਿੱਛੇ ਵੇਚ ਦਿਓ। ਇੰਨੀ ਸਸਤੀ ਨਹੀਂ ਹੋਣੀ ਚਾਹੀਦੀ, ਤੁਹਾਡੀ ਸ਼ਖਸੀਅਤ ਇੰਨੀ ਸਸਤੀ ਨਹੀਂ ਹੋਣੀ ਚਾਹੀਦੀ ਕਿ ਕਿਉਂਕਿ ਜੋ ਅੱਜ ਅਸੀਂ ਇਸ ਸੜਕਾਂ ਦੇ ਉੱਤੇ ਬੈਠੇ ਹਾਂ ਇਹ ਸਾਡੀ ਗਲਤੀ ਹੈ। ਸਰਕਾਰਾਂ ਦੀ ਤੇ ਚਲੋ ਹੈਗੀ ਹੈ, ਉਹ ਤੇ ਸਾਡਾ ਪ੍ਰੋਫਿਟ ਲੈਣਗੇ, ਬਟ ਸਾਡੀ ਗਲਤੀ ਹੈ ਕਿ ਅਸੀਂ ਲੀਡਰ ਤੇ ਇਹੋ ਜਿਹੇ ਚੂਜ਼ ਕੀਤੇ ਆ। ਦਰੁਸਤ ਹੈ ਕਿ ਸਾਨੂੰ ਕਿਰਦਾਰ ਬਣਾਉਣੇ ਚਾਹੀਦੇ ਆ, ਪਰ ਅੱਜ ਇਸ ਅੰਦੋਲਨ ਤੋਂ ਬਾਅਦ ਜਾਂ ਇਹ ਇਨਕਲਾਬ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਉਹ ਕਿਰਦਾਰ ਜਿਨ੍ਹਾਂ ਨੇ ਇੱਕ ਨਵਾਂ ਇਨਕਲਾਬ ਪਹਿਲਾਂ ਲਿਆਂਦਾ ਸੀ ਉਹ ਦੁਬਾਰਾ ਉੱਭਰਨਗੇ, ਦੁਬਾਰਾ ਬਾਹਰ ਆ ਚੁੱਕੇ ਨੇ? ਮੈਨੂੰ ਲੱਗਦਾ ਹੈ ਕਿ ਸਾਨੂੰ ਪਾਰਟੀਬਾਜ਼ੀ ਤੋਂ ਉੱਠ ਕੇ
ਇੱਕ ਹਿਊਮਨ ਗਰਾਊਂਡ ਦੇ ਉੱਤੇ ਕੁਝ ਗੱਲ ਕਰਨੀ ਚਾਹੀਦੀ ਹੈ ਔਰ ਸਾਨੂੰ ਬੇਸਿਕਲੀ ਗਰਾਊਂਡ ਲੈਵਲ ਤੇ ਰੂਟ ਲੈਵਲ ਤੇ ਜਾ ਕੇ ਅਵੇਅਰਨੈਸ ਲੈ ਕੇ ਆਉਣੀ ਚਾਹੀਦੀ ਹੈ। ਮੇਰੀ ਬਹੁਤ ਸਾਰੇ ਲੋਕਾਂ ਨਾਲ ਉੱਥੇ ਵੀ ਗੱਲ ਹੁੰਦੀ ਹੈ, ਹਰਿਆਣੇ ਟਿੱਕਰੀ ਬਾਰਡਰ ਦੇ ਉੱਤੇ ਪਿੰਡਾਂ ਦੇ ਵਿੱਚ। ਮੈਂ ਉਹਨਾਂ ਨੂੰ ਹੀ ਕਹਿੰਦੀ ਹਾਂ, ਮੈਂ ਕਹਿੰਦੀ ਹਾਂ ਵੀ ਇਹ ਤੁਹਾਡਾ ਹੀ ਸਾਰਾ ਕੁਝ ਕ੍ਰੀਏਟ ਕੀਤਾ ਹੋਇਆ ਹੈ। ਜੇ ਤੁਸੀਂ ਇੰਨੇ ਅਵੇਅਰ ਹੋ, ਜੇ ਤੁਹਾਡੇ ਪਿੰਡਾਂ ਦੇ ਵਿੱਚ ਲੋਕੀ ਇੰਨੇ ਅਵੇਅਰ ਹੋਣ ਕਿ ਪੈਸੇ ਲੈ ਕੇ ਵੋਟ ਨਾ ਪਾਉਣ ਜਾਂ ਸ਼ਰਾਬ ਪੀਣ ਦੇ ਪਿੱਛੇ ਵੋਟ ਨਾ ਪਾਉਣ ਜਾਂ ਫਿਰ ਕਿਸੇ ਪੋਲੀਟੀਕਲ ਪਾਰਟੀ ਕਿਸੇ ਕੋ ਇੱਕ ਲਾਇਸੈਂਸ ਬਣਾਉਣਾ ਹੈ ਤੇ ਉਹਦੇ ਪਿੱਛੇ ਵੋਟ ਨਾ ਪਾਉਣ। ਤੁਹਾਡੀ ਵੋਟ ਇੰਨੀ ਸਸਤੀ ਨਹੀਂ ਹੋਣੀ ਚਾਹੀਦੀ, ਵੋਟ ਤੁਹਾਡੀ ਬਹੁਤ ਮਹਿੰਗੀ ਹੋਣੀ ਚਾਹੀਦੀ ਹੈ ਕਿ ਤੁਸੀਂ ਉਹਨੂੰ ਪਾਓ, ਭਾਵੇਂ ਉਹ ਇੱਕ ਆਮ ਇਨਸਾਨ ਹੋਵੇ ਜਿਹੜਾ ਤੁਹਾਡਾ ਕੰਮ ਕਰੇ, ਕਿਉਂਕਿ ਉਹ ਤੁਹਾਡਾ ਸਰਵੈਂਟ ਹੈ। ਔਰ ਤੁਹਾਡਾ ਕੋਈ ਵੀ ਫੈਮਿਲੀ ਟਰੀ ਨਹੀਂ ਬਣਨਾ ਚਾਹੀਦਾ ਵੀ ਹਾਂ ਜੀ ਇਹਦਾ ਬਾਪੂ ਇਹ ਸੀਗਾ ਤੇ ਉਹਦਾ ਅੱਗੇ ਆ ਹੋਣਾ ਚਾਹੀਦਾ। ਨਹੀਂ, ਇਹ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ। ਜਿੱਥੇ ਤੁਹਾਨੂੰ ਲੱਗ ਰਿਹਾ ਹੈ ਵੀ ਕੋਈ ਬੰਦਾ ਕਰਪਸ਼ਨ ਕਰ ਰਿਹਾ ਹੈ, ਉਹਨੂੰ ਅਗਲੀ ਵਾਰੀ ਵੋਟ ਨਾ ਪਾਓ, ਉਹਨੂੰ ਉਹ ਸੀਟ ਤੋਂ ਹਟਾਉਣਾ ਚਾਹੀਦਾ ਹੈ। ਤੁਹਾਡੀ ਜਿਹੜੀ ਗੱਲਾਂ ਨੇ ਕਿਤੇ ਨਾ ਕਿਤੇ ਰੰਗਮੰਚ ਨੂੰ ਬਹੁਤ ਵੱਡੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇੱਥੇ ਥੀਏਟਰ ਦੀ ਗੱਲ ਕਰਦੇ ਆ, ਥੀਏਟਰ ਬਹੁਤ ਵੱਡੀ ਭੂਮਿਕਾ ਨਿਭਾ ਸਕਦਾ ਆ, ਪਰ ਜਿੰਨਾ ਕਿਰਦਾਰਾਂ ਨੂੰ ਇਹ ਵਿਸ਼ਵਾਸ ਕੀਤਾ ਜਾਂਦਾ ਉਹ ਕਿਰਦਾਰ ਤਾਂ ਮੂੰਹ ਬੰਦ ਕਰਕੇ ਬੈਠੇ ਨੇ। ਕੋਈ ਤੇ ਮੈਂ ਗੱਲ ਕਹਿਣਾ ਚਾਹੁੰਦੀ ਹਾਂ ਵੀ ਜਿਹੜੀ ਸਾਡੀ ਪਬਲਿਕ ਹੈ ਨਾ, ਉਹ ਹਮੇਸ਼ਾ ਸਾਡੇ ਐਮਐਲਏਸ ਨੂੰ ਜਾਂ ਐਮਪੀਸ ਨੂੰ ਇੰਨਾ ਜ਼ਿਆਦਾ ਮਹੱਤਵ ਦਿੰਦੀ ਹੈ। ਮੈਨੂੰ ਇਹ ਲੱਗਦਾ ਵੀ ਉਹਨਾਂ ਨੂੰ ਮਹੱਤਵ ਨਹੀਂ ਦੇਣਾ ਚਾਹੀਦਾ, ਕਿਉਂਕਿ ਉਹ ਤੁਹਾਡੇ ਸਰਵੈਂਟ ਆ। ਤੁਸੀਂ ਉਹਨਾਂ ਨੂੰ ਵੋਟਾਂ ਦੇ ਕੇ ਜਿਤਾਇਆ ਹੈ, ਉਹਨਾਂ ਨੂੰ ਤੁਹਾਡੇ ਕੋਲ ਆਉਣਾ ਚਾਹੀਦਾ ਤੁਹਾਡੇ ਕੰਮ ਪੁੱਛਣ ਵਾਸਤੇ ਵੀ ਤੁਹਾਡਾ ਕੀ ਕੰਮ ਕਰਾਈਏ ਤੇ ਕੀ ਨਾ ਕੰਮ ਕਰਾਈਏ। ਲੋਕੀ ਸਾਡੇ ਵਿਚਾਰੇ ਲਾਈਨਾਂ 'ਚ ਲੱਗੇ ਰਹਿੰਦੇ ਉਹਨਾਂ ਨੂੰ ਮਿਲਣ ਵਾਸਤੇ, ਉਹਨਾਂ ਨੂੰ ਫੋਨ ਕਰਨ ਵਾਸਤੇ। ਮੈਂ ਕਹਿੰਦੀ ਹਾਂ ਵੀ ਜਿਹੜੇ ਵੀ ਜ਼ਿਲ੍ਹੇ ਦੇ ਵਿੱਚ, ਜਿਹੜੇ ਵੀ ਪਿੰਡ ਦੇ ਵਿੱਚ, ਭਾਵੇਂ ਉਹ ਸਰਪੰਚ ਹੋਵੇ, ਭਾਵੇਂ ਉਹ ਇੱਕ ਐਮਐਲਏ ਹੋਵੇ, ਭਾਵੇਂ ਕੋਈ ਐਮਪੀ ਹੋਵੇ, ਜੇ ਤੁਹਾਨੂੰ ਉੱਥੇ ਜਾਣ ਦੀ ਲੋੜ ਪਵੇ, ਜੇ ਤੁਹਾਡਾ ਕੋਈ ਫੋਨ ਨਾ ਚੁੱਕੇ ਤੇ ਤੁਸੀਂ ਉਸ ਨੂੰ ਅਵੋਇਡ ਲਿਸਟ ਦੇ ਵਿੱਚ ਪਾ ਦਿਓ। ਜੇ ਆਪਣੇ ਵਿੱਚ ਇਹ ਅਵੇਅਰਨੈਸ ਆ ਜਾਂਦੀ ਹੈ ਨਾ ਕਿ ਅਸੀਂ ਬਾਈਕਾਟ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਆਪਾਂ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਇੰਨੀਆਂ ਐਪਸ ਚਲਾ ਦਿੰਦੇ ਆ, ਟਿਕਟੌਕ ਚਲਾ ਦਿੰਦੇ ਆ, ਆਪਾਂ ਕਿਸਾਨੀ ਅੰਦੋਲਨ ਦੀਆਂ ਗੱਲਾਂ ਕਰ ਲੈਂਦੇ ਆ। ਆਪਾਂ ਆਪਣੇ ਯੂਥ ਵਿੱਚ ਜੇ ਇਹੋ ਜਿਹੀ ਅਵੇਅਰਨੈਸ ਆ ਜਾਏ ਕਿ ਜੇ ਸਾਡੇ ਇਲਾਕੇ ਦਾ ਸਰਪੰਚ ਵੀ ਸਾਡਾ ਕੰਮ ਨਹੀਂ ਨਾ ਕਰ ਰਿਹਾ ਤੇ ਉਹਨੂੰ ਸਿੱਧਾ ਜਿਹਾ ਲਿਖ ਕੇ ਕਹਿ ਦਿਓ ਕਿ ਬਾਈਕਾਟ ਕੀਤਾ, ਅਗਲੀ ਇਲੈਕਸ਼ਨ 'ਚ ਤੈਨੂੰ ਦੇਖ ਲਾਂਗੇ। ਆਖਰੀ ਸਵਾਲ ਹੈ, ਕਿਰਦਾਰਾਂ ਦੀ ਗੱਲ ਕਰਦੇ ਸੀ। ਕਿਰਦਾਰ ਜਿਹੜੇ ਬਾਲੀਵੁੱਡ ਜਾਂ ਪੋਲੀਵੁੱਡ ਦੇ ਨੇ, ਉਹਨਾਂ 'ਚ ਬਹੁਤ ਸਾਰੇ ਕਲਾਕਾਰ ਅਜਿਹੇ ਨੇ ਜਿਹੜੇ ਮੂੰਹ ਬੰਦ ਕਰਕੇ ਬੈਠੇ ਨੇ, ਚਾਹੇ ਉਹ ਫਿਰ ਉਹ ਸਿੰਗਮ ਹੋ ਜਾਣ ਕੋਈ, ਚਾਹੇ ਫਿਰ ਕੋਈ ਉਹ ਕਿਸਾਨ ਬਣ ਕੇ, ਕੋਈ ਹੈਪੀ ਸਿੰਘ ਬਣ ਕੇ ਲੋਕਾਂ ਨੂੰ ਹਸਾਉਂਦਾ ਰਿਹਾ, ਆਪਣਾ ਇੱਕ ਮਨੀ ਬੈਗ ਉਹਦਾ ਪੈਕ ਕਰਦਾ ਰਿਹਾ। ਲੇਕਿਨ ਅੱਜ ਉਹ ਜ਼ਬਾਨ ਜਿਹੜੀ ਬੰਦ ਹੈ, ਉਹਦੇ ਬਾਰੇ ਕੀ ਕਹਿਣਾ ਆ? ਵੇਖੋ, ਮੈਂ ਇੱਕੋ ਗੱਲ ਕਹਿਣਾ ਚਾਹੁੰਦੀ ਹਾਂ ਵੀ ਉਹਨਾਂ ਨੂੰ ਈਡੀ ਦੇ ਦਰ ਦਿੱਤੇ ਜਾਂਦੇ ਨੇ। ਮੈਂ ਵੀ ਸਭ ਤੋਂ ਪਹਿਲਾਂ ਇਸ ਅੰਦੋਲਨ ਦੇ ਨਾਲ ਜੁੜੀ ਸੀਗੀ ਔਰ ਮੇਰੀ 2020 ਦੇ ਵਿੱਚ ਫਿਲਮ ਆਈ ਸੀਗੀ ਤੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਤੂੰ ਸਰਕਾਰ ਦੇ ਖਿਲਾਫ ਬੋਲਦੀ ਪਈ ਹੈ, ਤੇਰੀ ਫਿਲਮ ਕੌਣ ਰਿਲੀਜ਼ ਕਰੂਗਾ? ਤੂੰ ਅੰਬਾਨੀਜ਼ ਅੰਡਾਨੀਜ਼ ਦੇ ਖਿਲਾਫ ਬੋਲਦੀ ਆ, ਉਹਨਾਂ ਦੀ ਇੰਨੇ ਵੱਡੇ ਕਾਰਪੋਰੇਟ ਹਾਊਸ ਆ, ਤੈਨੂੰ ਕੱਲ ਨੂੰ ਤੇਰੀ ਫਿਲਮ 'ਚ ਤੈਨੂੰ ਨਹੀਂ ਲੈਣਗੇ ਨਾ, ਤੇਰੀ ਫਿਲਮ ਫੰਡ ਕਰਨਗੇ, ਤੇਰਾ ਕਰੀਅਰ ਫਿਨਿਸ਼ ਹੈ। ਔਰ ਇਹ ਕਿਹੜੀ ਤੇਰੀ ਉਮਰ ਹੈ ਇਸ ਚੀਜ਼ਾਂ ਦੇ ਵਿੱਚ ਜਾਣ ਦੀ? ਆਈ ਬਿਲੀਵ ਕਿ ਮੈਨੂੰ ਲੱਗਦਾ ਵੀ ਸੱਚ ਦੀ ਆਵਾਜ਼ ਦੇ ਨਾਲ ਮੈਨੂੰ ਸਾਥ ਦੇਣਾ ਚਾਹੀਦਾ ਸੀਗਾ। ਚਾਹੇ ਮੇਰੇ ਉੱਤੇ ਬਹੁਤ ਸਾਰੀਆਂ ਤੌਮਤਾਂ ਲੱਗੀਆਂ, ਚਾਹੇ ਮੇਰੇ ਉੱਤੇ ਬਹੁਤ ਸਾਰੀਆਂ ਗੱਲਾਂ ਆਈਆਂ ਪਿੱਛੇ, ਪਰ ਮੈਨੂੰ ਇਸ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ। ਬਸ ਮੈਂ ਉਸ ਆਡੀਅנס ਨੂੰ ਇੱਕੋ ਗੱਲ ਕਹਿਣਾ ਚਾਹੁੰਦੀ ਹਾਂ, ਭਾਵੇਂ ਸੋਨੀਆ ਮਾਨ ਨੂੰ ਗਾਲਾਂ ਕੱਢ ਰਹੇ ਹੋ, ਤੁਸੀਂ ਉਹਨੂੰ ਫੇਮਸ ਕਰ ਰਹੇ ਹੋ, ਕਿਉਂ ਕਰ ਰਹੇ ਹੋ ਇਹ ਸਾਰਾ ਕੁਝ? ਭਾਵੇਂ ਮੈਨੂੰ ਕਹਿ ਰਹੇ ਹੋ, ਮੈਂ ਕਹਿੰਦੀ ਮੇਰੇ ਬਾਰੇ ਗੱਲ ਨਾ ਕਰੋ। ਮੈਂ ਇਸ ਅੰਦੋਲਨ ਦੇ ਵਿੱਚ ਆ, ਮੈਂ ਇਸ ਕਿਸਾਨੀ ਅੰਦੋਲਨ ਦੇ ਵਿੱਚ ਆ। ਕਿਸਾਨੀ ਅੰਦੋਲਨ ਦੇ ਬਿੱਲਾਂ ਦੀ ਗੱਲ ਕਰੋ, ਜਿਸ ਵਾਸਤੇ ਆਪਾਂ ਇੱਥੇ ਬੈਠੇ ਆ। ਉਹ 3 ਬਿੱਲਾਂ ਦੀ ਗੱਲ ਕਰੋ। ਸੋਨੀਆ ਮਾਨ ਨੂੰ ਗਾਲਾਂ ਕੱਢਣ ਤੇ ਆਪਣਾ ਜ਼ੋਰ ਨਾ ਦਿਓ। ਉਹੀ ਜਿਹੜਾ ਕਮੈਂਟ ਕਰਦੇ ਹੋ ਨਾ, ਉਹ 3 ਬਿੱਲਾਂ ਦੀ ਅਵੇਅਰਨੈਸ ਕਰ ਲਓ। ਪੋਜ਼ਿਟਿਵਿਟੀ ਅਵੇਅਰਨੈਸ ਕ੍ਰੀਏਟ ਹੋਊਗੀ ਸੁਸਾਇਟੀ ਦੇ ਵਿੱਚ। ਮੇਰੇ ਬਾਰੇ ਗਾਲਾਂ ਕੱਢਣ ਦੇ ਨਾਲ ਮੇਰੇ ਪਾਪ ਹੀ ਧੋਣ ਦੇ ਆ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਸਕਾਰਾਤਮਕ ਦਿਸ਼ਾ ਜ਼ਰੂਰੀ ਹੈ ਤੇ ਦਿਸ਼ਾ ਹੁਣ ਦੇਖਣਾ ਹੈ ਕਿ ਇਨਕਲਾਬ ਕਿਵੇਂ ਬਦਲਦਾ ਆ, ਕਿਸ ਤਰੀਕੇ ਨਾਲ ਨਵੀਂ ਕ੍ਰਾਂਤੀ ਆਉਂਦੀ ਹੈ ਤੇ ਅੰਦੋਲਨ ਕਿਸ ਪੜਾਅ ਤੇ ਜਾ ਕੇ ਸਮਾਪਤ ਹੁੰਦਾ ਹੈ ਤੇ ਕੀ ਕਿਸਾਨਾਂ ਦੀ ਜਿੱਤ ਹੁੰਦੀ ਹੈ ਜਾਂ ਹੋਰ ਕਿੰਨਾ ਕੁ ਲੰਬਾ ਚੱਲਦਾ ਹੈ। ਮੈਂ ਸੁਰਖਾਬ ਆਪਣੇ ਸਹਿਯੋਗੀ ਜੱਸੀ ਦੇ ਨਾਲ, ਰੋਜ਼ਾਨਾ ਸਪੋਕਸਮੈਨ ਸਿੰਘੂ ਬਾਰਡਰ, ਦਿੱਲੀ।